ਕਹਿੰਦੇ ਹਨ ਕਿ ਬਾਬਾ ਫਰੀਦ ਜੀ ਦੇ ਮਾਤਾ ਜੀ ਨਮਾਜ਼ ਵੇਲੇ ਮੁਸੱਲੇ ਥੱਲੇ ਕਦੇ ਸ਼ੱਕਰ, ਕਦੇ ਖੰਡ, ਕਦੇ ਗੁੜ, ਕਦੇ ਮਿਸ਼ਰੀ, ਕਦੇ ਸ਼ਹਿਦ ਰੱਖ ਦਿੰਦੇ ਸਨ ਤੇ ਫਰੀਦ ਜੀ ਨੂੰ ਕਹਿੰਦੇ ਸਨ ਕਿ ਜੇ ਤੂੰ ਨਮਾਜ਼ ਪੜ੍ਹੇਗਾ ਤਾਂ ਖੁਦਾ ਤੈਨੂੰ ਖਾਣ ਲਈ ਚੀਜ਼ ਦੇਵੇਗਾ। ਫਰੀਦ ਜੀ ਰੋਜ਼ ਕੁਰਾਨ ਪੜ੍ਹਦੇ, ਮੁਸੱਲਾ ਇਕੱਠਾ ਕਰਦੇ ਤਾਂ ਥੱਲਿਓਂ ਖਾਣ ਲਈ ਕੁਝ ਨਾ ਕੁਝ ਮਿਲ ਜਾਂਦਾ। ਇੱਕ ਦਿਨ ਮਾਂ ਰੱਖਣਾ ਭੁੱਲ ਗਈ। ਫਰੀਦ ਜੀ ਨੇ ਕੁਰਾਨ ਦਾ ਪਾਠ ਕੀਤਾ ਤੇ ਮਨ ਵਿਸਮਾਦ ਵਿੱਚ ਆ ਗਿਆ। ਮਾਂ ਆਈ ਤੇ ਪੁੱਛਣ ਲੱਗੀ ਕਿ ਅੱਜ ਕਿਹੜੀ ਮਿੱਠੀ ਚੀਜ਼ ਮਿਲੀ। ਫਰੀਦ ਜੀ ਵਿਸਮਾਦ ਵਿੱਚ ਕਹਿਣ ਲੱਗੇ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁੱਧ। ਕਹਿੰਦੇ ਮਾਂ ਅੱਜ ਮੈਨੂੰ ਪਤਾ ਚੱਲਿਆ ਕਿ ਖੁਦਾਵੰਦ ਦੇ ਨਾਮ ਵਿੱਚ ਜੋ ਮਿਠਾਸ ਹੈ ਉਹ ਹੋਰ ਕਿਸੇ ਚੀਜ਼ ਵਿੱਚ ਨਹੀਂ। ਫਰੀਦ ਜੀ ਫਰਮਾਉਂਦੇ ਨੇ ਕਿ ਭਾਵੇਂ ਸ਼ੱਕਰ, ਖੰਡ, ਮਿਸ਼ਰੀ, ਗੁੜ, ਸ਼ਹਿਦ ਅਤੇ ਦੁੱਧ ਆਦਿ ਇਹ ਸਾਰੇ ਪਦਾਰਥ ਮਿੱਠੇ ਨੇ, ਪਰੰਤੂ ਇਹਨਾਂ ਦੀ ਮਿਠਾਸ ਅਸਥਾਈ ਅਤੇ ਥੋੜ੍ਹੀ ਚਿਰ ਹੈ। ਕੇਵਲ ਪ੍ਰਮਾਤਮਾ ਦਾ ਨਾਮ ਹੀ ਸਥਾਈ ਰੂਪ ਵਿੱਚ ਮਿੱਠਾ ਤੇ ਮਧੁਰ ਹੈ, ਸੋ ਸਾਨੂੰ ਉਸੇ ਦੀ ਤਲਾਸ਼ ਕਰਨੀ ਚਾਹੀਦੀ ਹੈ। ਸਾਥੀਓ, ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ। ਵੀਡੀਓ ਦੇ ਵਿੱਚ ਅੱਜ ਆਪਾਂ ਬਾਬਾ ਫਰੀਦ ਜੀ ਦੇ ਕਿੱਸੇ, ਕਹਾਣੀਆਂ ਤੇ ਰਚਨਾਵਾਂ ਦੇ ਵਿਚਾਰ ਸਾਂਝੀ ਕਰਾਂਗੇ। ਬਸ ਤੁਹਾਡੇ ਸਭ ਦੇ ਅੱਗੇ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਇੱਕ ਵਾਰ ਪੂਰਾ ਜ਼ਰੂਰ ਦੇਖਣਾ ਤੇ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰਾਂ ਲੋਕਾਂ ਤੱਕ ਵੀ ਪੁੱਜਦਾ ਕਰਨਾ। ਇਤਿਹਾਸ ਗਵਾਹ ਹੈ, ਜਦੋਂ ਕਦੇ ਵੀ ਅਤਿਆਚਾਰ, ਕੁਕਰਮ, ਪਾਪ, ਜ਼ੁਲਮ, ਜ਼ਬਰ ਵਧੇ ਨੇ, ਬਦੀਆਂ ਨੇਕੀਆਂ ਤੇ ਹਾਵੀਆਂ ਹੋਈਆਂ ਨੇ, ਸ਼ਾਂਤੀ ਭੰਗ ਹੋ ਕੇ ਅਸ਼ਾਂਤੀ ਵਧਣ ਫੁੱਲਣ ਲੱਗੀ ਹੈ। ਪਰਮਾਤਮਾ ਨੇ ਕਿਸੇ ਨਾ ਕਿਸੇ ਪੀਰ, ਪੈਗੰਬਰ, ਸੰਤ, ਫਕੀਰ, ਔਲੀਏ ਭਾਵ ਕੇ ਕਿਸੇ ਮਹਾਨ ਸ਼ਖਸੀਅਤ ਨੂੰ ਸ਼ਾਂਤੀ ਦੂਤ ਬਣਾ ਕੇ ਅਮਨ ਦੀ ਸਥਾਪਨਾ ਕਰਨ ਅਤੇ ਕੁਰਾਹੇ ਪਈ ਖਲਕਤ ਦਾ ਮਾਰਗਦਰਸ਼ਨ ਕਰਨ ਲਈ ਧਰਤੀ ਤੇ ਭੇਜਿਆ ਹੈ। ਬਾਬਾ ਸ਼ੇਖ ਫਰੀਦ ਜੀ ਵੀ ਇੱਕ ਅਜਿਹੀ ਮਹਾਨ ਆਤਮਾ ਸਨ ਜੋ ਸ਼ਾਂਤੀ ਦਾ ਪੈਗਾਮ ਵੰਡਣ ਇਸ ਦੁਨੀਆ ਤੇ ਆਏ। ਸ਼ੇਖ ਫਰੀਦ ਜੀ ਦਾ ਨਾਮ ਉਹਨਾਂ ਦੇ ਮਾਤਾ ਪਿਤਾ ਜੀ ਨੇ ਫਰੀਦੁੱਦੀਨ ਮਸੂਦ ਰੱਖਿਆ ਸੀ। ਭਾਵੇਂ ਫਰੀਦ ਜੀ ਦੇ ਦਾਦਾ ਜੀ ਗਿਆਨੀ ਪੁਰਸ਼ ਸਨ, ਬਾਪ ਰੱਬ ਦਾ ਨਾਮ ਜਪਣ ਵਾਲਾ ਵਿਅਕਤੀ ਸੀ, ਪਰ ਫਿਰ ਵੀ ਫਰੀਦ ਜੀ ਦੀ ਸ਼ਖਸੀਅਤ ਤੇ ਵਧੇਰੇ ਪ੍ਰਭਾਵ ਉਹਨਾਂ ਦੇ ਮਾਤਾ ਜੀ ਦਾ ਪਿਆ। ਉਹਨਾਂ ਦੀ ਸਿੱਖਿਆਵਾਂ ਸਦਕਾ ਫਰੀਦ ਜੀ ਦੇ ਮਨ ਵਿੱਚ ਤਿਆਗ ਅਤੇ ਬੰਦਗੀ ਭਾਵਾਂ ਨੇ ਮੁਕਾਮ ਕਰ ਲਿਆ। ਮਾਂ ਦੁਆਰਾ ਦਿਖਾਏ ਗਏ ਮਾਰਗ ਤੇ ਚਲਦਿਆਂ ਫਰੀਦ ਜੀ ਪੜਾਅ ਦਰ ਪੜਾਅ ਆਪਣੀ ਹਯਾਤੀ ਵਿੱਚ ਧਾਰਮਿਕਤਾ ਤੇ ਸਦਾਚਾਰ ਤੇ ਸ਼੍ਰੇਸ਼ਟ ਗੁਣ ਧਾਰਨ ਕਰਦੇ ਚਲੇ ਗਏ। ਫਰੀਦ ਜੀ ਨੂੰ 5 ਸਾਲ ਦੀ ਉਮਰ ਵਿੱਚ ਮਦਰਸੇ ਵਿਦਿਆ ਪ੍ਰਾਪਤ ਕਰਨ ਲਈ ਭੇਜਿਆ ਗਿਆ। ਆਪ ਨੇ 11 ਸਾਲ ਦੀ ਉਮਰ ਵਿੱਚ ਸਾਰਾ ਕੁਰਾਨ ਕੰਠ ਕਰ ਲਿਆ। ਇਸੇ ਸਾਲ ਫਰੀਦ ਜੀ ਨੂੰ ਮਾਤਾ ਨਾਲ ਮੱਕੇ ਹੱਜ ਕਰਨ ਦਾ ਸੁਭਾਗ ਵੀ ਪ੍ਰਾਪਤ ਹੋਇਆ। ਫਰੀਦ ਜੀ ਨੂੰ 18 ਵਰ੍ਹੇ ਦੀ ਅਵਸਥਾ ਵਿੱਚ ਹੋਰ ਤਾਲਮ ਦਿਵਾਉਣ ਲਈ ਧਾਰਮਿਕ ਵਿਦਿਆ ਦੇ ਪ੍ਰਸਿੱਧ ਕੇਂਦਰ ਮੁਲਤਾਨ ਭੇਜਿਆ ਗਿਆ। ਉਸ ਵੇਲੇ ਮੁਲਤਾਨ ਫਕੀਰਾਂ ਤੇ ਆਲਮਾ ਫਾਜ਼ਲਾਂ ਦੀ ਰਿਹਾਇਸ਼ਗਾਹ ਵਜੋਂ ਮਸ਼ਹੂਰ ਸੀ, ਜਿਸ ਦਾ ਵਰਣਨ ਫਾਰਸੀ ਦੇ ਇੱਕ ਬੜੇ ਮਕਬੂਲ ਸ਼ੇਰ ਵਿੱਚੋਂ ਵੀ ਮਿਲਦਾ ਹੈ। ਚਾਰ ਚੀਜ਼ ਅਸਤ ਤੁਫਾਏ ਮੁਲਤਾਨ, ਗਰਦ ਗਰਮਾ ਗਦਾਵ ਗੁਰਸਤਾਨ। ਯਾਨੀ ਮੁਲਤਾਨ ਦੀਆਂ 4 ਚੀਜ਼ਾਂ ਪ੍ਰਸਿੱਧ ਹਨ। ਹਰ ਵੇਲੇ ਉੱਡਣ ਵਾਲਾ ਗਰਦਾ, ਇੱਥੋਂ ਦੀ ਸਖਤ ਗਰਮੀ, ਦਰਵੇਸ਼ ਅਤੇ ਇੱਥੋਂ ਦੇ ਮਜ਼ਾਰ। ਫਰੀਦ ਜੀ ਨੇ ਇੱਥੇ 4 ਸਾਲ ਰਹਿ ਕੇ ਵਿਦਿਆ ਗ੍ਰਹਿਣ ਕੀਤੀ ਅਤੇ ਆਪਣੇ ਗਿਆਨ ਵਿੱਚ ਇਜ਼ਾਫਾ ਕੀਤਾ। ਇੱਥੇ ਫਰੀਦ ਜੀ ਨੇ ਪ੍ਰਸਿੱਧ ਸੂਫੀ ਫਕੀਰ ਜਲਾਉਉਦੀਨ ਤਬਰੇਜ਼ੀ ਜਾਨੀ ਕਿ ਮੌਲਾਨਾ ਰੂਮੀ ਜੀ ਦੀ ਕਾਫੀ ਦੇਰ ਸੰਗਤ ਕੀਤੀ। ਫਰੀਦ ਜੀ ਉੱਪਰ ਉਹਨਾਂ ਦਾ ਬਹੁਤ ਪ੍ਰਭਾਵ ਪਿਆ ਅਤੇ ਉਹਨਾਂ ਨੇ ਮੌਲਾਨਾ ਰੂਮੀ ਜੀ ਪਾਸੋਂ ਬਹੁਤ ਕੁਝ ਸਿੱਖਿਆ। ਉਸ ਤੋਂ ਉਪਰੰਤ ਚਿਸ਼ਤੀ ਸਿਲਸਿਲੇ ਵਾਲੇ ਖਵਾਜਾ ਕੁਤਬੁੱਦੀਨ ਬਖਤਿਆਰ ਕਾਕੀ ਮੁਲਤਾਨ ਆਏ। ਇਤਫਾਕਨ ਉਹ ਉਸੇ ਮਸਜਿਦ ਵਿੱਚ ਨਮਾਜ਼ ਪੜ੍ਹਨ ਚਲੇ ਗਏ ਜਿੱਥੇ ਫਰੀਦ ਜੀ ਇਲਮ ਪ੍ਰਾਪਤ ਕਰ ਰਹੇ ਸਨ। ਉਹਨਾਂ ਫਰੀਦ ਨੂੰ ਬੰਦਗੀ ਵਿੱਚ ਖੁੱਬੇ ਤੱਕ ਕੇ ਬੜੇ ਪਿਆਰ ਨਾਲ ਪੁੱਛਿਆ, ਕੀ ਪੜ੍ਹ ਰਹੇ ਹੋ? ਫਰੀਦ ਜੀ ਨੇ ਸਿਰ ਝੁਕਾਏ ਹੀ ਕਿਹਾ, ਅਲ ਨਾਫ। ਜਦੋਂ ਫਰੀਦ ਜੀ ਨੇ ਸਿਰ ਉਠਾ ਕੇ ਖਵਾਜਾ ਜੀ ਵੱਲ ਤੱਕਿਆ ਤਾਂ ਤੱਕਦੇ ਹੀ ਰਹਿ ਗਏ, ਕਿਉਂਕਿ ਫਰੀਦ ਜੀ ਨੇ ਉਹਨਾਂ ਦੀ ਕਾਫੀ ਮਹਿਮਾ ਸੁਣੀ ਹੋਈ ਸੀ ਤੇ ਉਹ ਉਹਨਾਂ ਦੀ ਸ਼ਖਸੀਅਤ ਤੋਂ ਬਹੁਤ ਪਹਿਲਾਂ ਦੇ ਮੁਤਾਸਿਰ ਸਨ। ਖਵਾਜਾ ਨੇ ਫਰੀਦ ਜੀ ਨੂੰ ਦੱਸਿਆ ਕਿ ਜੋ ਧਾਰਮਿਕ ਪੁਸਤਕ ਉਹ ਪੜ੍ਹ ਰਹੇ ਨੇ ਉਸ ਨਾਲ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਫਰੀਦ ਜੀ ਨੇ ਉਹਨਾਂ ਤੋਂ ਆਪਣੇ ਮਾਰਗਦਰਸ਼ਨ ਲਈ ਮਸ਼ਵਰੇ ਮੰਗੇ। ਬਖਤਿਆਰ ਕਾਕੀ ਉਹਨਾਂ ਦੀ ਯੋਗ ਅਗਵਾਈ ਕੀਤੀ ਅਤੇ ਤਜਵੀਜ਼ ਦਿੰਦੇ ਆਖਿਆ, ਕੁਝ ਦਿਨ ਹੋਰ ਇੱਥੇ ਇਲਮ ਹਾਸਲ ਕਰ ਲੈ ਬਾਬਾ, ਫਿਰ ਦਿੱਲੀ ਆ ਜਾਈਂ। ਕੁਤਬੁੱਦੀਨ ਦੇ ਬਾਬਾ ਕਹਿ ਕੇ ਸੰਬੋਧਨ ਕਰਨ ਸਦਕਾ ਫਰੀਦ ਜੀ ਦੇ ਨਾਮ ਨਾਲ ਸਦਾ ਲਈ ਬਾਬਾ ਸ਼ਬਦ ਜੁੜ ਗਿਆ। ਫਰੀਦ ਜੀ ਕਾਕੀ ਦੇ ਸਾਥ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੁੰਦੇ ਸਨ, ਇਸ ਲਈ ਉਹਨਾਂ ਨੇ ਜਿੰਨੇ ਵੀ ਦਿਨ ਮੁਲਤਾਨ ਵਿਖੇ ਕਿਆਮ ਕੀਤਾ, ਫਰੀਦ ਜੀ ਉਹਨਾਂ ਦੇ ਅੰਗ ਸੰਗ ਹੀ ਰਹੇ।
ਫਰੀਦ ਜੀ ਦੀ ਕਾਹਲ ਦੇਖ ਕੇ ਖਵਾਜਾ ਸਾਹਿਬ ਨੇ ਉਹਨਾਂ ਨੂੰ ਸਮਝਾਇਆ, ਬਾਬਾ ਸਬਰ ਰੱਖ, ਅੱਲਾ ਰੂਪੀ ਮੰਜ਼ਲ ਤੇ ਸਬਰ ਦੇ ਰਾਹ ਚੱਲ ਕੇ ਹੀ ਪਹੁੰਚਿਆ ਜਾ ਸਕਦਾ ਹੈ। ਫਰੀਦ ਜੀ ਨੇ ਆਪਣੇ ਮੁਰਸ਼ਦ ਦੇ ਉਪਦੇਸ਼ ਨੂੰ ਲੜ ਬੰਨ੍ਹ ਕੇ ਉਸ ਉੱਤੇ ਨਾ ਸਿਰਫ ਅਮਲ ਕੀਤਾ, ਬਲਕਿ ਫਿਰ ਅਗਾਂਹ ਜਾ ਕੇ ਆਪਣੇ ਸਲੋਕ ਵਿੱਚ ਵੀ ਉਚਾਰਿਆ, ਸਬਰ ਮੰਜ ਕਮਾਨ ਹੈ ਸਬਰ ਕਾ ਨੀਨੋ, ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ। ਅਰਥਾਤ ਕਿ ਫਰੀਦ ਜੀ ਲਿਖਦੇ ਨੇ, ਸਬਰ ਇੱਕ ਅਜਿਹਾ ਹਥਿਆਰ ਹੈ ਜਿਸ ਦਾ ਨਿਸ਼ਾਨਾ ਕਦੇ ਨਹੀਂ ਖੁੱਲ੍ਹਦਾ। ਸਬਰ ਦੇ ਤੀਰ ਨੂੰ ਪਰਮਾਤਮਾ ਵੀ ਕਦੇ ਵਿਅਰਥ ਨਹੀਂ ਜਾਣ ਦਿੰਦਾ। ਮੁਲਤਾਨ ਤੋਂ ਖਵਾਜਾ ਜੀ ਪਾਸ ਦਿੱਲੀ ਚਲੇ ਗਏ। ਇੱਥੇ ਉਹਨਾਂ ਦਾ ਸ਼ੁਮਾਰ 94 ਸੂਫੀ ਚੇਲਿਆਂ ਵਿੱਚ ਹੁੰਦਾ ਸੀ। ਦਿੱਲੀ ਵਿੱਚ ਰਹਿੰਦਿਆਂ ਫਰੀਦ ਜੀ ਦੀ ਚਰਚਾ ਦੂਰ ਦੂਰ ਤੱਕ ਹੋਣ ਲੱਗ ਪਈ ਸੀ। ਸ਼ਰਧਾਲੂ ਅਤੇ ਜਗਿਆਸੂ ਸਦਾ ਉਹਨਾਂ ਦੇ ਦਰਸ਼ਨ ਕਰਨ ਲਈ ਉਤਾਵਲੇ ਰਹਿਣ ਲੱਗ ਗਏ। ਫਰੀਦ ਜੀ ਦੁਆਰਾ ਸੰਗਤਾਂ ਨਾਲ ਬਹੁਤਾ ਸਮਾਂ ਬਿਤਾਉਣ ਕਾਰਨ ਤਪੱਸਿਆ ਤੇ ਬੰਦਗੀ ਵਿੱਚ ਰੁਕਾਵਟ ਪੈਣੀ ਸ਼ੁਰੂ ਹੋ ਗਈ। ਇਸ ਲਈ ਫਰੀਦ ਜੀ ਕਾਕੀ ਦੀ ਆਗਿਆ ਲੈ ਕੇ ਦਿੱਲੀ ਛੱਡ ਕੇ ਹਾਂਸੀ ਜ਼ਿਲ੍ਹਾ ਹਿਸਾਰ ਚਲੇ ਗਏ। ਦਿੱਲੀ ਤੋਂ ਹਾਂਸੀ ਜਾਂਦੇ ਸਮੇਂ ਰਸਤੇ ਵਿੱਚ ਫਰੀਦ ਜੀ ਨੇ ਥੱਕ ਕੇ ਮੁਕਲੋਹਰ ਸ਼ਹਿਰ ਵਿੱਚ ਆਰਾਮ ਕਰਨ ਲਈ ਪੜਾਅ ਕੀਤਾ। ਉਦੋਂ ਉੱਥੋਂ ਦਾ ਰਾਜਾ ਮੁਕਲੋਹਰ ਰਾਏ ਗੋਕਲ ਦੇਵ ਆਪਣਾ ਮਹਿਲ ਬਣਵਾ ਰਿਹਾ ਸੀ। ਰਾਜੇ ਦੇ ਹਾਕਮ ਪ੍ਰਜਾ ਅਤੇ ਉਸ ਨਗਰ ਵਿੱਚ ਆਉਣ ਜਾਣ ਵਾਲੇ ਹਰ ਵਿਅਕਤੀਆਂ ਤੋਂ ਜ਼ਬਰੀ ਮਜ਼ਦੂਰੀ ਕਰਵਾਉਂਦੇ ਸਨ। ਫਰੀਦ ਜੀ ਨੂੰ ਵੀ ਉਹਨਾਂ ਨੇ ਜ਼ਬਰਦਸਤੀ ਕੰਮ ਕਰਨ ਲਗਾ ਦਿੱਤਾ। ਫਰੀਦ ਜੀ ਨੇ ਆਪਣੇ ਅਮੋਲਕ ਬਚਨਾਂ ਨਾਲ ਰਾਜੇ ਨੂੰ ਉਸ ਦੀ ਭੁੱਲ ਦਾ ਅਹਿਸਾਸ ਕਰਵਾਇਆ ਤੇ ਰਾਜੇ ਨੇ ਫਰੀਦ ਜੀ ਤੋਂ ਮਾਫੀ ਮੰਗੀ। ਅਯੋਧਨ ਜਾਣੇ ਕਿ ਪਾਕਪਟਨ ਵਿੱਚ ਰਹਿੰਦਿਆਂ ਕਈ ਵਾਰ ਫਰੀਦ ਜੀ ਨੂੰ ਸਥਾਨਕ ਅਧਿਕਾਰੀਆਂ ਦੀਆਂ ਗੁਸਤਾਖੀ ਦਾ ਸਾਹਮਣਾ ਵੀ ਕਰਨਾ ਪਿਆ ਸੀ। ਫਰੀਦ ਦਾ ਕਲਾਮ ਅਤੇ ਸਿੱਖਿਆਵਾਂ ਮੌਕੇ ਦੀ ਸਰਕਾਰ ਨੂੰ ਨਾਪਸੰਦ ਸਨ। ਇਸੇ ਕਾਰਨ ਇੱਕ ਦੋ ਵਾਰੀ ਤਾਂ ਫਰੀਦ ਜੀ ਉੱਪਰ ਜਾਨਲੇਵਾ ਹਮਲਾ ਵੀ ਹੋਇਆ। ਦੂਸਰੇ ਫਕੀਰ ਫਰੀਦ ਜੀ ਦੀ ਬਾਣੀ ਨੂੰ ਆਪਣੀ ਆਲੋਚਨਾ ਦੇ ਉਚਾਰ ਨਾਲ ਕੱਟਣ ਦਾ ਯਤਨ ਵੀ ਕਰਿਆ ਕਰਦੇ ਸਨ, ਲੇਕਿਨ ਫਰੀਦ ਜੀ ਉਹਨਾਂ ਦੀ ਨਿੰਦਿਆ ਅਤੇ ਨਗੋਚਾਂ ਦੀ ਰਤਾ ਪ੍ਰਵਾਹ ਨਾ ਕਰਦੇ ਤੇ ਹੱਸ ਕੇ ਉਹਨਾਂ ਨੂੰ ਆਖਦੇ, ਫਰੀਦਾ ਚੇਤੋਂ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੇ ਰੇ ਗਰੀਬਾਨ में ਸਿਰ ਨੀਵਾ ਕਰਕੇ ਦੇਖ। ਅਰਥਾਤ, हे इंसान, ਜੇ ਤੂੰ ਬੁੱਧੀਮਾਨ ਹੈ ਤਾਂ ਬੁਰੇ ਕਰਮ ਨਾ ਕਰ। ਕਿਸੇ ਹੋਰ ਦੀ ਆਲੋਚਨਾ ਕਰਨ ਤੋਂ ਪਹਿਲਾਂ ਆਪਣੇ ਮਨ ਅੰਦਰ ਝਾਤੀ ਮਾਰ ਕੇ ਦੇਖ ਕਿ ਤੇਰੇ ਵਿੱਚ ਤਾਂ ਉਹ ਕਮਜ਼ੋਰੀਆਂ ਨਹੀਂ ਹਨ। ਫਰੀਦ ਜੀ ਤਮਾਮ ਉਮਰ ਕੱਖ ਕਾਨਿਆਂ ਦੀ ਬਣੀ ਇੱਕ ਛਪਰੀ ਵਿੱਚ ਨਿਵਾਸ ਕਰਦੇ ਰਹੇ, ਕਿਉਂਕਿ ਚਿਸ਼ਤੀ ਸੰਪਰਦਾਇ ਅਨੁਸਾਰ ਇੱਟਾਂ ਦੀ ਬਣੀ ਇਮਾਰਤ ਵਿੱਚ ਰਹਿਣਾ ਇੱਕ ਸੂਫੀ ਲਈ ਵਰਜਿਤ ਸੀ। ਫਰੀਦਾ ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਿੱਤ, ਮਿੱਟੀ ਪਈ ਅਤੁਲਵੀ ਕੋਏ ਨਾ ਹੋਸੀ ਮਿੱਤ। ਖਵਾਜਾ ਕੁਤਬੁੱਦੀਨ ਵੱਲੋਂ ਪ੍ਰਾਪਤ ਹੋਏ ਆਸੇ ਜਾਣੇ ਕਿ ਸੋਟੇ ਦਾ ਫਰੀਦ ਜੀ ਸਰਾਣੇ ਦੇ ਰੂਪ ਵਿੱਚ ਪ੍ਰਯੋਗ ਕਰਦੇ ਸਨ। ਫਰੀਦ ਜੀ ਪਾਸ ਇੱਕ ਛੋਟੀ ਜਿਹੀ ਕੰਬਲੀ ਸੀ, ਜਿਸ ਬਾਰੇ ਆਪਣੇ ਸਲੋਕਾਂ ਵਿੱਚ ਉਹ ਖੁਦ ਸੰਕੇਤ ਦਿੰਦੇ ਹੋਏ ਲਿਖਦੇ ਨੇ, ਫਰੀਦਾ ਗਲੀਏ ਚਿੱਕੜ ਦੂਰ ਕਰਨ ਨਾਲ ਪਿਆਰੇ ਨੇਹ, ਚਲਾਂ ਤਾਂ ਪਿੱਛੇ ਕੰਬਲੀ ਰਾਹਾਂ ਤਾਂ ਟੁੱਟੇ ਨੇਹ। ਅਰਥਾਤ ਕਿ ਫਰੀਦ ਜੀ ਲਿਖਦੇ ਨੇ ਕਿ ਗਲੀਆਂ ਵਿੱਚ ਚਿੱਕੜ ਹੈ ਤੇ ਪਤੀ ਪਰਮਾਤਮਾ ਦਾ ਘਰ ਬੜੀ ਦੂਰ ਹੈ। ਮੇਰਾ ਉਸ ਨਾਲ ਮਿਲਣ ਦਾ ਇਕਰਾਰ ਕੀਤਾ ਹੋਇਆ ਹੈ। ਜੇ ਜਾਂਦਾ ਹਾਂ ਤਾਂ ਮੇਰੀ ਇੱਕੋ ਇੱਕ ਕੰਬਲੀ ਪਿਛਦੀ ਹੈ, ਤੇ ਜੇ ਨਹੀਂ ਜਾਂਦਾ ਤਾਂ ਇਕਰਾਰ ਤੋਂ ਝੂਠਾ ਪੈਂਦਾ ਹਾਂ ਅਤੇ ਪ੍ਰੇਮ ਟੁੱਟ ਜਾਂਦਾ ਹੈ। ਇਸ ਕੰਬਲੀ ਨੂੰ ਫਰੀਦ ਜੀ ਰਾਤ ਨੂੰ ਓੜਨ ਵਜੋਂ ਉੱਪਰ ਲੈ ਲੈਂਦੇ ਸਨ। ਦਿਨ ਸਮੇਂ ਇਸ ਉੱਪਰ ਬੈਠ ਕੇ ਉਹ ਪ੍ਰਭੂ ਸਿਮਰਨ ਵਿੱਚ ਗੁੜੁੰਦ ਰਹਿੰਦੇ ਸਨ। ਸਰਦੀਆਂ ਵਿੱਚ ਛੋਟੀ ਕੰਬਲੀ ਨਾਲ ਸਿਰ ਨੂੰ ਢੱਕਣ ਲੱਗਿਆਂ ਉਹਨਾਂ ਦੇ ਪੈਰ ਨੰਗੇ ਹੋ ਜਾਂਦੇ ਸਨ ਤੇ ਪੈਰਾਂ ਨੂੰ ਲੁਕਾਉਣ ਲੱਗਿਆਂ ਸਿਰ ਅਣਕੱਜਿਆ ਜਾਂਦਾ ਸੀ। ਪਰੰਤੂ ਫਰੀਦ ਜੀ ਪਰੇਸ਼ਾਨ ਹੋਣ ਦੀ ਬਜਾਏ ਸਗੋਂ ਰੱਬ ਦਾ ਸ਼ੁਕਰੀਆ ਅਦਾ ਕਰਦੇ ਹੋਏ ਕਹਿੰਦੇ ਸਨ ਕਿ ਜੇ ਕੰਬਲੀ ਵੱਡੀ ਹੁੰਦੀ ਤਾਂ ਮੈਂ ਹੁਣੇ ਸੁੱਤਾ ਹੋਣਾ ਸੀ। ਚੰਗਾ ਹੋਇਆ ਠੰਡ ਨਾਲ ਮੈਨੂੰ ਜਾਗ ਆ ਗਈ ਤੇ ਪਰਮਾਤਮਾ ਦੇ ਨਾਮ ਜਪਣ ਦਾ ਮੌਕਾ ਮਿਲ ਗਿਆ। ਫਰੀਦਾ ਪਿਛਲ ਰਾਤੀ ਨਾ ਜਾਗਿਓ ਜਿਵੇਂ ਦੜੋ ਮੋਇਓ, ਜੇ ਤੈਂ ਰੱਬ ਵਿਸਾਰਿਆ ਤੇ ਰੱਬ ਨਾ ਵਿਸਰਿਓ। ਅਰਥਾਤ, हे ਇਨਸਾਨ, ਜੇ ਤੂੰ ਰਾਤ ਦੇ ਆਖਰੀ ਪਹਿਰ ਜਾਣੀ ਕਿ ਸਵੇਰ ਦਾ ਪਹਿਲਾ ਪਹਿਰ ਉੱਠ ਕੇ ਪ੍ਰਭੂ ਦੀ ਭਗਤੀ ਨਹੀਂ ਕਰਦਾ ਤਾਂ ਜਿਉਂਦਾ ਹੋਇਆਂ ਵੀ ਮਰਿਆਂ ਦੇ ਸਮਾਨ ਹੈ। ਭਾਵੇਂ ਤੂੰ ਤਾਂ ਰੱਬ ਨੂੰ ਵਿਸਾਰ ਰੱਖਿਆ ਹੈ, ਪਰ ਰੱਬ ਨੇ ਤੈਨੂੰ ਨਹੀਂ ਵਿਸਾਰਿਆ। ਉਹ ਸਦਾ ਤੇਰਾ ਅਤੇ ਤੇਰੇ ਕਰਮਾਂ ਦਾ ਖਿਆਲ ਰੱਖਦਾ ਹੈ। ਕੰਜਮੂਲ ਪੀਲੂ, ਕਰੀਰ ਦੇ ਡੇਲੇ, ਜੌਆਂ ਦੀ ਖੁਸ਼ਕ ਰੋਟੀ ਜਾਂ ਕੁਝ ਹੋਰ ਜੰਗਲੀ ਫੁੱਲ ਹੀ ਫਰੀਦ ਜੀ ਦੀ ਖੁਰਾਕ ਸੀ, ਜੋ ਉਹ ਖੁਸ਼ ਹੋ ਕੇ ਛਕ ਲਿਆ ਕਰਦੇ ਸਨ। ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸ ਆਏ ਜੀਓ। ਅਰਥਾਤ, ਫਰੀਦ ਜੀ ਦਾ ਫਰਮਾਨ ਹੈ ਕਿ ਰੁੱਖੀ ਸੁੱਖੀ ਖਾ ਕੇ ਸ਼ੀਤਲ ਜਲ ਪੀ ਕੇ ਜ਼ਿੰਦਗੀ ਬਸਰ ਕਰ ਲੈਣੀ ਚਾਹੀਦੀ ਹੈ, ਕਿਉਂਕਿ ਸਬਰ ਵਿਅਕਤੀ ਨੂੰ
ਇੱਕ ਅੰਦਰੂਨੀ ਤਾਕਤ ਬਖਸ਼ਦਾ ਹੈ। ਦੂਜੇ ਲੋਕਾਂ ਦੀ ਚੁੱਪੜੀ ਹੋਈ ਰੋਟੀ ਨੂੰ ਦੇਖ ਕੇ ਈਰਖਾ ਜਾਂ ਲਾਲਚ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਭਾਵ ਮਨ ਨੂੰ ਮਾਇਆ ਦੇ ਮਾਰਗ ਵੱਲ ਲੈ ਜਾਂਦੇ ਨੇ ਅਤੇ ਮਾਇਆ ਤੇ ਪਰਮਾਤਮਾ ਦਾ ਪਰਸਪਰ ਵਿਰੋਧ ਹੈ। ਫਰੀਦ ਜੀ ਪਰਮਾਤਮਾ ਦੀ ਪ੍ਰਾਪਤੀ ਲਈ ਗਿਆਨ ਦੇ ਮਾਰਗ ਨੂੰ ਤਰਜੀਹ ਦਿੰਦੇ ਸਨ। ਫਰੀਦ ਜੀ ਸੱਚ, ਨਿਮਰਤਾ, ਖਿਮਾ, ਚੰਗਾ ਆਚਰਣ, ਮਿੱਠਾ ਬੋਲਣ, ਦੁੱਖ ਸੁੱਖ ਦੀ ਸੰਭਾਵਨਾ ਅਤੇ ਸ਼ਾਂਤੀਵਾਦਿਕ ਰਹਿਣ ਅਤੇ ਗੁੱਸੇ, ਸਵੈ ਅਭਿਮਾਨ, ਲਾਲਚ, ਕੁਕਰਮਾਂ ਦੇ ਤਿਆਗ ਅਤੇ ਹਉਮੈ ਨੂੰ ਮਾਰਨ ਉੱਤੇ ਜ਼ੋਰ ਦਿਆ ਕਰਦੇ ਸਨ। ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮਹਿੰਡਾ ਵੇਸ, ਗੁਨਾਹੀ ਭਰਿਆ ਮੈਂ ਫਿਰਾਂ, ਲੋਕ ਕਹਿਣ ਦਰਵੇਸ। ਇੱਕ ਦਫਾ ਫਰੀਦ ਜੀ ਕਿਸੇ ਹਦਵਾਨੇ ਦੇ ਵਾੜੇ ਕੋਲੋਂ ਲੰਘ ਰਹੇ ਸਨ। ਰਸਤੇ ਵਿੱਚ ਇੱਕ ਅੱਧ ਖਾਧੇ ਹਦਵਾਨੇ ਦਾ ਛਿੱਲੜ ਪਿਆ ਸੀ। ਕੋਈ ਰਾਹਗੀਰ ਉਸ ਉੱਤੇ ਫਿਸਲ ਕੇ ਡਿੱਗ ਨਾ ਪਵੇ, ਇਸ ਖਿਆਲ ਨਾਲ ਫਰੀਦ ਜੀ ਨੇ ਉਸ ਨੂੰ ਚੁੱਕ ਕੇ ਪਰੇ ਸੁੱਟ ਦਿੱਤਾ। ਵਾੜੇ ਦੇ ਮਾਲਕ ਨੇ ਆਪ ਦੇ ਥਾਂ ਵਿੱਚ ਹਦਵਾਨੇ ਦੀ ਫਾੜੀ ਦੇਖ ਲਈ। ਉਹਨਾਂ ਸਮਝਿਆ ਕਿ ਕੋਈ ਚੋਰੀ ਕਰਕੇ ਖਾ ਰਿਹਾ ਹੈ। ਮਾਲਕ ਨੇ ਆਉਂਦਿਆਂ ਹੀ ਦੇਖ ਕੇ ਫਰੀਦ ਜੀ ਨੂੰ ਚੰਗਾ ਮੰਦਾ ਬੋਲਣਾ ਅਤੇ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ, ਪਰ ਫਰੀਦ ਜੀ ਬਿਲਕੁਲ ਚੁੱਪ ਰਹੇ। ਫਰੀਦਾ ਜੋ ਤੈ ਮਾਰਨ ਮੁੱਕੀਆਂ, ਤਿੰਨਾਂ ਨਾ ਮਾਰੇ ਕੋਮ, ਆਪਣੇ ਦੇ ਘਰ ਜਾਈਏ ਪੈਰ ਦਿਨਾਂ ਦੇ ਚੁੰਮ। ਅਰਥ ਕਿ ਹੇ ਫਰੀਦ, ਜੇ ਤੈਨੂੰ ਕੋਈ ਦੁੱਖ ਦਿੰਦਾ ਹੈ ਤਾਂ ਤੂੰ ਵੀ ਜਵਾਬ ਵਿੱਚ ਉਸ ਨੂੰ ਦੁਖੀ ਕਰਨ ਦੀ ਕੋਸ਼ਿਸ਼ ਨਾ ਕਰ, ਸਗੋਂ ਤੇਰੇ ਲਈ ਟੁਕਮਾ ਇਹੀ ਹੋਵੇਗਾ ਕਿ ਤੂੰ ਅਜਿਹੇ ਬੁਰੇ ਆਦਮੀ ਦੇ ਘਰ ਜਾ ਕੇ ਨਿਮਰਤਾ ਸਹਿਤ ਉਸ ਤੋਂ ਖਿਮਾ ਮੰਗੇ। ਵਾੜੇ ਦੇ ਮਾਲਕ ਦਾ ਗੁੱਸਾ ਠੰਡਾ ਹੋਇਆ ਤੇ ਉਹ ਆਪਣੀ ਗਲਤੀ ਉੱਪਰ ਪਛਤਾਇਆ। ਉਸਨੇ ਫਰੀਦ ਜੀ ਕੋਲੋਂ ਹਕੀਕਤ ਨੂੰ ਜਾਣਨ ਬਾਅਦ ਸ਼ਰਮਿੰਦਾ ਹੋ ਕੇ ਮਾਫੀ ਮੰਗੀ। ਫਰੀਦ ਜੀ ਨੇ ਉਦੋਂ ਉਪਦੇਸ਼ ਦਿੰਦੇ ਉਚਾਰਿਆ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਅਰਥਾਤ ਕਿ ਫਰੀਦ ਜੀ ਕਹਿੰਦੇ ਨੇ ਕਿ ਬੁਰੇ ਵਿਅਕਤੀ ਦਾ ਭਲਾ ਕਰੋ ਅਤੇ ਉਸ ਪ੍ਰਤੀ ਆਪਣੇ ਮਨ ਵਿੱਚ ਕਦੇ ਵੀ ਗੁੱਸਾ ਭਾਵ ਨਾ ਪੈਦਾ ਕਰੋ। ਇਸ ਤਰ੍ਹਾਂ ਕੀਤਿਆਂ ਤੁਹਾਡਾ ਤਨ ਤੇ ਮਨ ਰੋਗਾਂ ਤੋਂ ਮੁਕਤ ਰਹੇਗਾ, ਤੁਹਾਨੂੰ ਸਾਰੀ ਨਿਆਮਤਾਂ ਵੀ ਪ੍ਰਾਪਤ ਹੋ ਜਾਣਗੀਆਂ। ਇੱਕ ਵਾਰ ਬੜੀ ਦੂਰ ਦਰਾਡਿਓਂ ਅਜੋਤਨ ਵਿੱਚ ਕੋਈ ਮੁਸਾਫਰ ਆਇਆ। ਉਸਨੇ ਅਜੋਤਨ ਵਾਸੀਆਂ ਤੋਂ ਪਹੁੰਚੇ ਫਕੀਰ ਦਾ ਸਿਰਨਾਮਾ ਪੁੱਛਿਆ। ਇੱਕ ਅਜੋਤਨ ਵਾਸੀ ਨੇ ਉਸ ਵਿਅਕਤੀ ਨੂੰ ਫਰੀਦ ਜੀ ਦੀ ਕੁੱਲੀ ਅੱਗੇ ਲਿਜਾ ਕੇ ਖੜਾ ਕਰ ਦਿੱਤਾ ਤੇ ਕਿਹਾ ਕਿ ਇਹੀ ਤੁਹਾਡੀ ਮੰਜ਼ਿਲ ਹੈ। ਉਹ ਵਿਅਕਤੀ ਕੱਚੀ ਕੁੱਲੀ ਵੱਲ ਹੈਰਾਨੀ ਨਾਲ ਦੇਖਣ ਲੱਗਾ। ਉਹ ਸ਼ਖਸ ਅਜੋਤਨ ਵਾਸੀ ਤੇ ਯਕੀਨ ਕਰਕੇ ਮਜਬੂਰਨ ਅੰਦਰ ਚਲਾ ਗਿਆ ਤੇ ਜਾਨ ਸਾਰੀ 19 ਪੈਰੀ ਪਿੱਛੇ ਮੁੜ ਆਇਆ। ਬਾਹਰ ਆਉਂਦਿਆਂ ਅੱਖਾਂ ਲੱਗਾ, ਤੁਸੀਂ ਮੇਰੇ ਨਾਲ ਚੰਗਾ ਮਜ਼ਾਕ ਕੀਤਾ। ਜੇ ਤੁਹਾਨੂੰ ਨਹੀਂ ਪਤਾ ਤਾਂ ਜਵਾਬ ਦੇ ਦਿੰਦੇ, ਮੈਂ ਕਿਸੇ ਹੋਰ ਤੋਂ ਪੁੱਛ ਲੈਂਦਾ। ਮੈਨੂੰ ਇਸ ਗਰੀਬ ਦੀ ਕੁੱਲੀ ਵਿੱਚ ਕਿਉਂ ਵਾੜ ਦਿੱਤਾ? ਮੈਂ ਤਾਂ ਤੁਹਾਡੇ ਕੋਲੋਂ ਵਲੀ ਅੱਲਾ, ਜਿਹੜਾ ਇਸ ਵੇਲੇ ਬਈਆਂ ਕੁਤਬਾਂ ਵਿੱਚੋਂ ਚੋਟੀ ਦਾ ਪੀਰ ਹੈ, ਉਸ ਨੂੰ ਮਿਲਵਾਉਣ ਲਈ ਕਿਹਾ ਸੀ। ਅਜੋਤਨ ਵਾਸੀ ਹੱਸ ਪਿਆ। ਉਹ ਜਾਣ ਗਿਆ ਸੀ ਕਿ ਇਹ ਸ਼ਰਧਾਲੂ ਦੇ ਮਨ ਵਿੱਚ ਇਹੀ ਭਰਮ ਹੈ ਕਿ ਸ਼ੇਖ ਫਰੀਦ ਰੇਸ਼ਮੀ ਲਿਬਾਸ ਪਹਿਨੇ, ਸੋਨੇ ਦਾ ਕੱਸ ਹੱਥ ਵਿੱਚ ਲਈ, ਸਿਰ ਤੇ ਸ਼ਾਨਦਾਰ ਦਸਤਾਰ ਸਜਾਈ ਕਿਸੇ ਵੱਡੇ ਮਹਿਲ ਵਿੱਚ ਵਸਦੇ ਹੋਣਗੇ। ਉਸ ਵਾਸੀ ਨੇ ਮੁਸਾਫਰ ਨੂੰ ਆਖਿਆ, ਤੁਹਾਡਾ ਕੋਈ ਦੋਸ਼ ਨਹੀਂ। ਕਿਸੇ ਅਣਜਾਣ ਵਿਅਕਤੀ ਲਈ ਫਰੀਦ ਨੂੰ ਪਹਿਚਾਨਣਾ ਆਸਾਨ ਨਹੀਂ ਹੈ, ਕਿਉਂਕਿ ਫਰੀਦ ਜੀ ਗਰੀਬੀ ਜੀਵਨ ਬਤੀਤ ਕਰਦੇ ਹਨ। ਬਾਜਰੇ ਦੀਆਂ ਖੁਸ਼ਕ ਰੋਟੀਆਂ ਨਾਲ ਹੀ ਪੇਟ ਦੀ ਭੁੱਖ ਨੂੰ ਚੁਲਖਾ ਕੇ ਰੱਖ ਲੈਂਦੇ ਨੇ। ਫਰੀਦ ਜੀ ਉਚਾਰਦੇ ਨੇ ਕਿ ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਨ ਮੇਰੀ ਭੁੱਖ, ਜਿੰਨਾ ਖਾਦੀ ਚੋਪੜੀ ਕਣੇ ਸਹਿਣ ਕੇ ਦੁੱਖ। ਫਰੀਦ ਜੀ ਫਰਮਾਉਂਦੇ ਨੇ ਕਿ ਮੇਰੀ ਰੋਟੀ ਭਾਵੇਂ ਸੁੱਕੀ ਹੈ, ਪਰੰਤੂ ਇਹੋ ਮੇਰੀ ਭੁੱਖ ਨੂੰ ਸ਼ਾਂਤ ਕਰ ਸਕਦੀ ਹੈ। ਜਿਹੜੇ ਇਨਸਾਨ ਚੋਪੜੀਆਂ ਰੋਟੀਆਂ ਦੀ ਖਵਾਇਸ਼ ਕਰਦੇ ਨੇ, ਉਹਨਾਂ ਦੀ ਭੁੱਖ ਸਗੋਂ ਹੋਰ ਵੱਧਦੀ ਹੈ, ਨੀਅਤ ਖਰਾਬ ਹੋ ਜਾਂਦੀ ਹੈ ਅਤੇ ਅੰਤ ਵਿੱਚ ਅਜਿਹੀ ਭੈੜੀ ਨੀਅਤ ਵਾਲਿਆਂ ਨੂੰ ਬਹੁਤੇ ਦੁੱਖ ਸਹਿਣੇ ਪੈਂਦੇ ਨੇ। ਭਾਵੇਂ ਫਰੀਦ ਜੀ ਨੂੰ ਲੋਕ ਅਨੇਕਾਂ ਵਸਤੂਆਂ ਭੇਟ ਕਰਦੇ ਸਨ, ਪਰ ਉਹ ਸਭ ਲੋੜਵੰਦਾਂ ਵਿੱਚ ਤਕਸੀਮ ਕਰ ਦਿੰਦੇ ਸਨ। ਇਹ ਸਭ ਸੁਣ ਕੇ ਉਸ ਅਜਨਬੀ ਦੇ ਹਿਰਦੇ ਵਿੱਚ ਸ਼ੇਖ ਫਰੀਦ ਲਈ ਸ਼ਰਧਾ ਹੋਰ ਵੱਧ ਗਈ। ਇੱਕ ਹੋਰ ਸਾਖੀ ਮੁਤਾਬਕ ਇੱਕ ਵਾਰ ਫਰੀਦ ਜੀ ਨੂੰ ਇੱਕ ਸੋਨੇ ਦੀ ਕੈਂਚੀ ਭੇਟ ਕਰਨੀ ਚਾਹੀ ਤਾਂ ਉਹਨਾਂ ਨੇ ਫਰਮਾਇਆ ਕਿ ਮੈਨੂੰ ਕੈਂਚੀ ਦੀ ਨਹੀਂ, ਲੋਹੇ ਦੀ ਸੂਈ ਦੀ ਜ਼ਰੂਰਤ ਹੈ। ਕੈਂਚੀ ਹਮੇਸ਼ਾ ਨਖੇੜਦੀ ਹੈ, ਜਦੋਂ ਕਿ ਸੂਈ ਜੋੜਨ ਦਾ ਕੰਮ ਕਰਦੀ ਹੈ। ਇਸ ਲਈ ਮੈਂ ਚਾਹੁੰਦਾ ਹਾਂ ਕਿ ਮੇਰੇ ਕੋਲ ਕਦੇ ਕੁਝ ਨਾ ਟੁੱਟੇ, ਮੈਂ ਸਦਾ ਕੁਝ ਨਾ ਕੁਝ ਜੋੜਦਾ ਹੀ ਰਹਾ। ਫਰੀਦ ਜੀ ਦੇ 5 ਪੁੱਤਰ ਅਤੇ 3 ਧੀਆਂ ਸਨ। ਸਭ ਤੋਂ ਵੱਡਾ ਪੁੱਤਰ ਨਸੀਰੁਦੀਨ ਰੱਬ ਦਾ ਭਗਤ ਬੰਦਾ ਸੀ, ਜੋ ਬਹੁਤਾ ਸਮਾਂ ਪੂਜਾ ਪਾਠ ਕਰਦਿਆਂ ਬਤੀਤ ਕਰਦਾ ਸੀ, ਪਰੰਤੂ ਉਪਜੀਵਕਾ ਕਮਾਉਣ ਲਈ ਉਹ ਖੇਤੀਬਾੜੀ ਦਾ ਕੰਮ ਕਰਦਾ ਸੀ। ਨਸੀਰੁਦੀਨ ਦਾ ਪੁੱਤਰ ਸ਼ੇਖ ਕਮਾਲਉਦੀਨ ਇੱਕ ਬੜਾ ਪ੍ਰਸਿੱਧ ਫਕੀਰ ਬਣ ਗਿਆ ਸੀ। ਇੱਕ ਦਫਾ ਫਰੀਦ ਜੀ ਦੇ ਮਨ ਵਿੱਚ ਵਿਚਾਰ ਆਇਆ ਕਿ 4 ਮੁੱਢਲੇ ਸਵਾਲਾਂ ਦਾ ਜਵਾਬ ਵੱਖ-ਵੱਖ 100 ਦਰਵੇਸ਼ਾਂ ਕੋਲ ਪੁੱਛਿਆ ਜਾਵੇ ਤਾਂ ਕਿ ਲੋਕਾਂ ਦਾ ਰਾਹ ਸੁਖਾਲਾ ਹੋਵੇ। ਆਪ ਹੈਰਾਨ ਹੋਏ ਕਿ ਹਰ ਦਰਵੇਸ਼ ਨੇ ਇੱਕੋ ਜਿਹਾ ਜਵਾਬ ਦਿੱਤਾ।
ਉਹ 4 ਪ੍ਰਸ਼ਨ ਇਸ ਤਰ੍ਹਾਂ ਸਨ। ਪਹਿਲਾ ਪ੍ਰਸ਼ਨ, ਸਭ ਤੋਂ ਵੱਧ ਅਕਲਮੰਦ ਕੌਣ ਹੈ? ਉਸ ਦਾ ਉੱਤਰ ਸੀ ਤਿਆਗੀ। ਦੂਜਾ ਪ੍ਰਸ਼ਨ, ਸਭ ਤੋਂ ਵੱਡਾ ਕੌਣ ਹੈ? ਉਸ ਦਾ ਜਵਾਬ, ਜੋ ਦੁੱਖ ਸੁੱਖ ਸਮਾਨ ਕਰਕੇ ਜਾਣਦਾ ਹੈ। ਤੇ ਤੀਜਾ ਪ੍ਰਸ਼ਨ, ਸਭ ਤੋਂ ਅਮੀਰ ਕੌਣ ਹੈ? ਉੱਤਰ ਵਿੱਚ ਸੰਤੋਖੀ। ਚੌਥਾ ਪ੍ਰਸ਼ਨ, ਗਰੀਬ ਕੌਣ ਹੈ? ਉੱਤਰ ਹਿਰਸੀ ਜਾਂ ਤਿਰਸ਼ਨਾਲੂ। ਫਰੀਦ ਜੀ ਨੇ ਆਪਣੇ ਜੀਵਨ ਕਾਲ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਘੁੰਮ ਕੇ ਬਾਣੀ ਦਾ ਪ੍ਰਚਾਰ ਕੀਤਾ। ਫਰੀਦ ਜੀ ਅਰਬੀ, ਫਾਰਸੀ, ਉਰਦੂ, ਹਿੰਦੀ ਅਤੇ ਪੰਜਾਬੀ ਆਦਿ ਦੀਆਂ ਭਾਸ਼ਾਵਾਂ ਤੇ ਗਿਆਤਾ ਸਨ। ਆਪ ਆਪਣੇ ਵਿਰਧ ਵਜੀਫਿਆਂ, ਰੱਬ ਦੀ ਬੰਦਗੀ ਅਤੇ ਸਨੇਹ ਪੱਤਰਾਂ ਲਈ ਪੰਜਾਬੀ ਇਸਤੇਮਾਲ ਕਰਦੇ ਸਨ। ਫਰੀਦਾ ਅੱਖੀ ਦੇਖ ਪਤੀਨਿਆ, ਸੁਣ ਸੁਣ ਰੀਨੇ ਕੰਨ, ਸਾਖ ਪਕੰਦੀ ਆਇਆ ਹੋਰ ਕਰਿੰਦੇ ਵਨ। ਅਰਥਾਤ ਕਿ ਦੁਨਿਆਵੀ ਨਜ਼ਾਰੇ ਵੇਖ ਕੇ ਅੱਖਾਂ ਕਮਜ਼ੋਰ ਹੋ ਗਈਆਂ ਨੇ, ਸੁਣ ਕੇ ਕੰਨ ਬੋਲੇ ਹੋ ਗਏ ਨੇ। ਜਿਵੇਂ ਖੇਤੀ ਪੱਕਣ ਸਮੇਂ ਰੰਗ ਬਦਲਦੀ ਹੈ, ਇਸੇ ਤਰ੍ਹਾਂ ਮੌਤ ਦਾ ਸਮਾਂ ਨੇੜੇ ਆਉਣ ਤੇ ਜੀਵਨ ਵੀ ਆਪਣੇ ਰੰਗ ਢੰਗ ਬਦਲਣ ਲੱਗਦਾ ਹੈ। ਫਰੀਦ ਜੀ ਆਪਣੇ ਕਥਨ ਤੇ ਸਾਰੀ ਉਮਰ ਪਹਿਰਾ ਦਿੰਦੇ ਰਹੇ। ਸਰੀਰ ਕਮਜ਼ੋਰ ਹੋਣ ਕਾਰਨ ਇੱਕ ਵਾਰੀ ਸੋਟੀ ਦੇ ਸਹਾਰੇ ਟੁਰ ਕੇ ਥੋੜਾ ਦੂਰ ਹੀ ਗਏ ਸਨ ਕਿ ਸੋਟੀ ਵਗਾ ਕੇ ਮਾਰੀ ਤੇ ਕਿਹਾ, ਫਰੀਦ ਲਈ ਇਹ ਨਹੀਂ ਜੱਚਦਾ ਕਿ ਪ੍ਰਭੂ ਦੇ ਨਾਮ ਨੂੰ ਛੱਡ ਕੇ ਕਿਸੇ ਬੇਜਾਨ ਲੱਕੜੀ ਦੇ ਸਹਾਰੇ ਟੁਰੇ। ਫਰੀਦਾ ਇੰਨੀ ਨਿੱਕੀ ਜੰਗੀਏ ਥਲ ਫੁੰਗਰ ਪਇਓ, ਅੱਜ ਫਰੀਦੇ ਗੁਜੜਾ ਸਹਿ ਕੋਹਾਂ ਥਿਓ। ਅਰਥ ਕਿ ਫਰੀਦ ਜੀ ਕਹਿੰਦੇ ਨੇ ਕਿ ਇਹਨਾਂ ਛੋਟੀਆਂ ਛੋਟੀਆਂ ਲੱਤਾਂ ਦੇ ਸਹਾਰੇ ਮੈਂ ਥਲ ਅਤੇ ਪਹਾੜ ਗਾਹ ਛੱਡੇ ਨੇ, ਪਰ ਅੱਜ ਜਦੋਂ ਮੈਂ ਕਿ ਬੁੱਢਾ ਹੋ ਗਿਆ ਹਾਂ ਤਾਂ ਵਜੂ ਕਰਨ ਵਾਲਾ ਕੁੱਚਾ ਵੀ 100 ਕੋਹਾਂ ਦੀ ਵਿੱਥ ਤੇ ਪ੍ਰਤੀਤ ਹੁੰਦਾ ਹੈ। ਅੰਤ ਸਮਾਂ ਨੇੜੇ ਜਾਣ ਕੇ ਫਰੀਦ ਜੀ ਨੇ ਨਿਜ਼ਾਮੁਦੀਨ ਔਲੀਆ ਨੂੰ ਖਿਲਾਫਤ ਸੌਂਪੀ ਤੇ ਕਿਹਾ, ਜਾਓ ਖੁਦਾ ਦੇ ਹਵਾਲੇ, ਹੁਣ ਹਸ਼ਰ ਵਿੱਚ ਮੁਲਾਕਾਤ ਹੋਵੇਗੀ। ਦੇਖ ਫਰੀਦਾ ਜੋ ਥੀਆਂ ਦਾੜੀ ਹੋਈ ਪੂਰ, ਅੱਗੜ ਨੇੜਾ ਆਇਆ ਪਿੱਛਾ ਰਹਿਆ ਦੂਰ। ਅਰਥਾਤ ਕਿ ਫਰੀਦ ਜੀ ਫਰਮਾਉਂਦੇ ਨੇ ਕਿ ਦੇਖੋ ਕੀ ਹੋ ਰਿਹਾ ਹੈ, ਮੇਰੀ ਦਾੜੀ ਦੇ ਵਾਲ ਪੂਰੇ ਅਤੇ ਚਿੱਟੇ ਹੁੰਦੇ ਜਾ ਰਹੇ ਨੇ। ਲੱਗਦਾ ਹੈ ਕਿ ਮੌਤ ਦਾ ਸਮਾਂ ਕਰੀਬ ਆ ਰਿਹਾ ਹੈ ਤੇ ਜੀਵਨ ਪਿੱਛੇ ਛੁੱਟਦਾ ਜਾ ਰਿਹਾ ਹੈ। ਬੁੱਢਾ ਹੋਇਆ ਸ਼ੇਖ ਫਰੀਦ, ਕੰਬਨ ਲੱਗੀ ਤੇ ਜੇ 100 ਵਰਿਆ ਜੀਵਨਾ ਵੀ ਤਨ ਹੋ ਸਿੱਖੇ। ਅਰਥਾਤ ਜਦੋਂ ਇਨਸਾਨ ਬੁੱਢਾ ਹੋ ਜਾਂਦਾ ਹੈ ਤਾਂ ਉਸ ਦਾ ਸਰੀਰ ਕੰਬਣਾ ਸ਼ੁਰੂ ਹੋ ਜਾਂਦਾ ਹੈ, ਪਰ ਭਾਵੇਂ ਇਨਸਾਨ ਦੀ ਉਮਰ 100 ਵਰੇ ਲੰਬੀ ਵੀ ਕਿਉਂ ਨਾ ਹੋਵੇ, ਇੱਕ ਦਿਨ ਤਾਂ ਉਸਨੇ ਮਰਨਾ ਹੀ ਹੈ। ਫਰੀਦ ਜੀ ਨੇ 5 ਮੁਹਰਮ ਨੂੰ 5 ਵਾਰੀ ਕੁਰਾਨ ਦਾ ਪਾਠ ਪੂਰਾ ਕੀਤਾ। ਸ਼ਾਮ ਦੀ ਨਮਾਜ਼ ਪੜ੍ਹਨ ਬਾਅਦ ਤਨਹਾਈ ਦੀ ਮੰਗ ਕੀਤੀ ਤੇ ਕਿਹਾ ਕਿ ਮੇਰੇ ਬੁਲਾਏ ਬਗੈਰ ਕੋਈ ਅੰਦਰ ਨਾ ਆਵੇ। ਹੁਜ਼ਰਾ ਬੰਦ ਕਰ ਲਿਆ। ਗਈ ਰਾਤ ਦੀ ਨਮਾਜ਼ ਅਦਾ ਕੀਤੀ ਸੀ ਕਿ ਬੇਹੋਸ਼ ਹੋ ਗਏ। ਜਦੋਂ ਰਤਾ ਹੋਸ਼ ਪਰਤੀ ਤਾਂ ਸੋਚਣ ਲੱਗੇ ਕਿ ਨਮਾਜ਼ ਪੜ੍ਹ ਲਈ ਹੈ ਕਿ ਨਹੀਂ। ਫਿਰ ਆਪੇ ਹੀ ਕਹਿਣ ਲੱਗੇ ਕਿ ਕੀ ਹਰਜ ਹੈ, ਫਿਰ ਪੜ੍ਹ ਲੈਂਦਾ ਹਾਂ। ਫਰੀਦ ਜੀ ਜਦ ਸਜਦੇ ਵਿੱਚ ਹੋਏ ਤਾਂ ਫਿਰ ਸਿਰ ਉਤਾਂਹ ਨਾ ਚੁੱਕਿਆ ਗਿਆ। ਉਹਨਾਂ ਦੀ ਪਵਿੱਤਰ ਰੂਹ ਇਸ ਫਾਨੀ ਜਹਾਨ ਚੋਂ ਪਰਵਾਜ਼ ਕਰ ਗਈ ਸੀ। ਫਰੀਦ ਜੀ ਨੂੰ ਦਫਨ ਕਰਨ ਲਈ ਪਰਿਵਾਰ ਕੋਲ ਕਫਨ ਦਾ ਕੱਪੜਾ ਵੀ ਨਹੀਂ ਸੀ। ਫਰੀਦ ਜੀ ਤਾਕੀਦ ਕਰ ਗਏ ਸਨ ਕਿ ਕਿਸੇ ਤੋਂ ਮੰਗਣਾ ਨਹੀਂ। ਉਸ ਵਕਤ ਪਰਿਵਾਰ ਲਈ ਅਜੀਬ ਸੰਕਟ ਪੈਦਾ ਹੋ ਗਿਆ ਸੀ। ਫਿਰ ਇਸ ਦਾ ਹੱਲ ਉਹਨਾਂ ਘਰ ਦੀ ਚਾਦਰ ਨੂੰ ਫਰੀਦ ਜੀ ਦੀ ਲਾਸ਼ ਉੱਤੇ ਪਾ ਕੇ ਕੀਤਾ। ਫਰੀਦ ਜੀ ਦੀ ਕੁੱਲੀ ਦੀਆਂ ਇੱਟਾਂ ਹੀ ਪੁੱਟ ਕੇ ਕਬਰ ਲਈ ਇਸਤੇਮਾਲ ਕੀਤੀਆਂ ਗਈਆਂ। ਉਹਨਾਂ ਦੇ ਉਪਰੰਤ ਉਹਨਾਂ ਦੀ ਗੱਦੀ ਤੇ ਉਹਨਾਂ ਦਾ ਪੁੱਤਰ ਦੀਵਾਨ ਬਦਰੁਦੀਨ ਸੁਲੇਮਾਨ ਬੈਠਾ। ਫਰੀਦ ਜੀ ਦੀ ਪੰਜਾਬੀ ਬਾਣੀ ਮੁਕੰਮਲ ਤੌਰ ਤੇ ਅਧਿਕ ਮਾਤਰਾ ਵਿੱਚ ਦਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕਿਸੇ ਵੀ ਗ੍ਰੰਥ ਵਿੱਚੋਂ ਪ੍ਰਾਪਤ ਨਹੀਂ ਹੁੰਦੀ। ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੀ ਬਾਣੀ 3 ਥਾਵਾਂ ਤੇ ਮਿਲਦੀ ਹੈ। ਰਾਗ ਆਸਾ ਵਿੱਚ ਵਿਉਤਬੰਦ 2 ਸ਼ਬਦ ਨੇ, ਰਾਗ ਸੋਹੀ ਵਿੱਚ 2 ਸ਼ਬਦ ਤੇ 112 ਸਲੋਕ। ਬੇਸ਼ੱਕ ਬਾਬਾ ਫਰੀਦ ਜੀ ਅੱਜ ਸਾਡੇ ਦਰਮਿਆਨ ਜਿਸਮਾਨੀ ਰੂਪ ਵਿੱਚ ਮੌਜੂਦ ਨਹੀਂ ਹਨ, ਪਰ ਜਦੋਂ ਤੱਕ ਫਰੀਦ ਜੀ ਦੀ ਬਾਣੀ ਜਿੰਦਾ ਹੈ ਉਹ ਰੂਹਾਨੀ ਤੌਰ ਤੇ ਹਮੇਸ਼ਾ ਸਾਡੇ ਦਰਮਿਆਨ ਰਹਿਣਗੇ। ਫਰੀਦ ਜੀ ਦੀ ਬਾਣੀ ਆਦਰਸ਼ਕ ਸਮਾਜ ਦੇ ਨਿਰਮਾਣ ਵਾਸਤੇ ਅਤਿਅੰਤ ਜ਼ਰੂਰੀ ਹੈ। ਵਾਹਿਗੁਰੂ ਰੂਪੀ ਸਾਧ ਸੰਗਤ ਜੀ, ਬਾਣੀ ਉਚਾਰਨ ਕਰਦੇ ਜਾਂ ਵਿਚਾਰ ਕਰਦਿਆਂ ਕਿਸੇ ਵੀ ਪ੍ਰਕਾਰ ਦੀ ਕੋਈ ਗਲਤੀ ਹੋ ਗਈ ਹੋਵੇ ਤਾਂ ਮੇਰੀ ਭੁੱਲ ਨੂੰ ਖਿਮਾ ਕਰ ਦੇਣਾ। ਉਮੀਦ ਕਰਦਾ ਹਾਂ ਇਸ ਵੀਡੀਓ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਕੇ ਪੁੰਨ ਦਾ ਕੰਮ ਖੱਟ ਸਕਦੇ ਹੋ। ਫਿਰ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ। ਤਦ ਤੱਕ ਆਪਣਾ ਖਿਆਲ ਰੱਖਣਾ। ਰੱਬ ਰਾਖਾ।